ਮੇਰੇ ਵਿਆਹ ਨੂੰ 1 ਮਹੀਨਾ ਹੋ ਗਿਆ ਸੀ, ਪਰ ਮੈਂ ਹਾਲੇ ਤੱਕ ਆਪਣੇ ਪਤੀ ਦਾ ਚਿਹਰਾ ਨਹੀਂ ਦੇਖਿਆ ਸੀ, ਕਿਉਂਕਿ ਉਹ ਰਾਤ ਨੂੰ ਜਦੋਂ ਆਉਂਦੇ ਤਾਂ ਕਮਰੇ ਦੀ ਲਾਈਟ ਬੰਦ ਕਰਕੇ ਅੰਦਰ ਆਉਂਦੇ ਅਤੇ ਸਵੇਰੇ ਮੇਰੇ ਉੱਠਣ ਤੋਂ ਪਹਿਲਾਂ ਹੀ ਘਰ ਤੋਂ ਬਾਹਰ ਚਲੇ ਜਾਂਦੇ। ਇਹ ਰਾਜ ਪਤਾ ਕਰ ਲਿਆ ਮੈਂ ਇੱਕ ਦਿਨ ਆਪਣੀ ਨਗਾਂ ਨੌਕਰਾਣੀ ਨੂੰ ਸਲਾਹ ਦਿੱਤੀ, ਆਪ ਕਮਰੇ ਵਿੱਚ ਲੁਕ ਗਈ ਅਤੇ ਜਦੋਂ ਮੈਂ ਲਾਈਟ ਜਲਾਈ ਤਾਂ ਮੇਰੀਆਂ ਚੀਕਾਂ ਨਿਕਲ ਗਈਆਂ, ਕਿਉਂਕਿ ਮੈਂ ਪਿਛਲੇ 4 ਘੰਟਿਆਂ ਤੋਂ ਕਮਰੇ ਵਿੱਚ ਬੈਠੇ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ। ਹੁਣ ਮੈਨੂੰ ਨੀਂਦ ਵੀ ਆਉਣ ਲੱਗੀ ਸੀ। ਜਦੋਂ ਘੜੀ ਵੱਲ ਦੇਖਿਆ ਤਾਂ ਰਾਤ ਦਾ 1 ਵੱਜ ਰਿਹਾ ਸੀ। ਮੈਂ ਬਹੁਤ ਹੈਰਾਨ ਹੋਈ ਅਤੇ ਸੋਚਾਂ ਵਿੱਚ ਪੈ ਗਿਆ। ਅੱਜ ਤਾਂ ਸਾਡੀ ਸੁਹਾਗ ਰਾਤ ਸੀ, ਮੇਰੀ ਪਹਿਲੀ ਰਾਤ, ਜਿਸ ਰਾਤ ਪਤੀ ਪਤਨੀ ਇੱਕ ਦੂਜੇ ਨਾਲ ਕਈ ਵਾਅਦੇ ਕਰਦੇ ਹਨ ਅਤੇ ਉਮਰ ਭਰ ਸਾਥ ਨਿਭਾਉਣ ਦੀਆਂ ਕਸਮਾਂ ਖਾਂਦੇ ਹਨ। ਮੈਂ ਹਾਲੇ ਤੱਕ ਆਪਣੀ ਪਤਨੀ ਨੂੰ 1 ਵਾਰ ਵੀ ਨਹੀਂ ਦੇਖਿਆ ਸੀ। ਸਾਡੇ ਪਰਿਵਾਰ ਵਿੱਚ ਕੁਝ ਰਸਮਾਂ ਸਨ। ਵਿਆਹ ਤੋਂ ਪਹਿਲਾਂ ਮੁੰਡਾ ਅਤੇ ਕੁੜੀ ਇੱਕ ਦੂਜੇ ਦੀ ਫੋਟੋ ਵੀ ਨਹੀਂ ਦੇਖ ਸਕਦੇ। ਬਸ ਮੈਂ ਆਪਣੀ ਛੋਟੀ ਭੈਣ ਤੋਂ ਹੀ ਸੁਣਿਆ ਸੀ ਕਿ ਮੇਰਾ ਹੋਣ ਵਾਲਾ ਪਤੀ ਬਹੁਤ ਸੋਹਣਾ ਹੈ। ਮੈਂ ਆਪ ਹੀ ਆਪਣੇ ਦਿਲ ਵਿੱਚ ਸੁਪਨੇ ਸਜਾਉਣ ਲੱਗੀ ਸੀ। ਇਸ ਰਾਤ ਦਾ ਇੰਤਜ਼ਾਰ ਤਾਂ ਪਤਾ ਨਹੀਂ ਮੈਨੂੰ ਕਦੋਂ ਤੋਂ ਸੀ। ਮੈਨੂੰ ਜਦੋਂ ਇਸ ਕਮਰੇ ਵਿੱਚ ਲਿਆ ਕੇ ਬਿਠਾਇਆ ਗਿਆ ਤਾਂ ਮੈਂ ਬਹੁਤ ਡਰੀ ਸਹਿਮੀ ਸੀ, ਪਰ 4 ਘੰਟੇ ਬੈਠਣ ਤੋਂ ਬਾਅਦ ਨਾ ਸਿਰਫ ਮੇਰਾ ਸਰੀਰ ਦਰਦ ਕਰ ਰਿਹਾ ਸੀ, ਬਲਕਿ ਨੀਂਦ ਦੀਆਂ ਝਟਕਿਆਂ ਨੇ ਮੇਰੇ ਸਾਰੇ ਸੁਪਨੇ ਅਤੇ ਖਵਾਇਸ਼ਾਂ ਹੀ ਖਤਮ ਕਰ ਦਿੱਤੀਆਂ ਸਨ। ਇੱਕ ਵਾਰ ਤਾਂ ਮੈਂ ਸੋਚਿਆ ਕਿ ਉੱਠ ਕੇ ਬਾਹਰ ਜਾਵਾਂ ਅਤੇ ਦੇਖਾਂ ਕਿ ਮੇਰਾ ਪਤੀ ਕਿੱਥੇ ਹੈ, ਪਰ ਮੈਂ ਬਾਹਰ ਜਾਣਾ ਠੀਕ ਨਹੀਂ ਸਮਝਿਆ। ਮੈਂ ਇਸੇ ਤਰ੍ਹਾਂ ਬੈਠੇ ਹੀ ਸੌਂ ਗਈ। ਔਖਾ ਸੀ, ਪਰ ਉਸੇ ਵੇਲੇ ਅਚਾਨਕ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਆਈ। ਮੈਂ ਇੱਕਦਮ ਹੜਬੜਾ ਕੇ ਅੱਖਾਂ ਖੋਲ੍ਹ ਕੇ ਦੇਖਣ ਲੱਗੀ, ਪਰ ਕਮਰੇ ਵਿੱਚ ਬਹੁਤ ਹਨੇਰਾ ਹੋ ਚੁੱਕਿਆ ਸੀ। ਮੈਂ ਡਰਦੇ ਹੋਏ ਕਿਹਾ, ਕੌਣ ਹੈ? ਮੈਨੂੰ ਪੈਰਾਂ ਦੀ ਆਵਾਜ਼ ਨਹੀਂ ਸੁਣੀ। ਮੈਂ ਡਰਦੇ ਪੁੱਛਿਆ, ਸੁਣੋ ਜੀ, ਕੀ ਤੁਸੀਂ ਹੋ? ਕਮਰੇ ਵਿੱਚ ਹਨੇਰਾ ਕਿਉਂ ਕਰ ਦਿੱਤਾ ਹੈ ਕਿ ਲਾਈਟ ਚਲੀ ਗਈ ਹੈ? ਮੈਂ ਇੱਕ ਹੀ ਸਾਹ ਵਿੱਚ ਕਈ ਸਵਾਲ ਪੁੱਛੇ ਤਾਂ ਉਹਨਾਂ ਨੇ ਗਲਾ ਸਾਫ਼ ਕਰ ਦਿਓ ਕਿਹਾ, ਮੈਂ ਹਾਂ ਤੁਹਾਡਾ ਪਤੀ। ਇੰਨਾ ਸੁਣਦੇ ਹੀ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ। ਹਾਲਾਂਕਿ ਮੈਨੂੰ ਪਤਾ ਸੀ ਕਿ ਉਸ ਵੇਲੇ ਕਮਰੇ ਵਿੱਚ ਮੇਰਾ ਪਤੀ ਹੀ ਆ ਸਕਦਾ ਸੀ। ਇੰਝ ਲੱਗ ਰਿਹਾ ਸੀ ਜਿਵੇਂ ਮੇਰੇ ਪਤੀ ਦੀ ਆਵਾਜ਼ ਸੁਣ ਕੇ ਮੇਰੀ ਸਾਰੀ ਥਕਾਵਟ ਦੂਰ ਹੋ ਗਈ ਹੋਵੇ। ਹੁਣ ਮੈਨੂੰ ਸ਼ਰਮ ਆ ਰਹੀ ਸੀ, ਪਰ ਇੱਕ ਗੱਲ ਮੈਨੂੰ ਸਮਝ ਨਹੀਂ ਆਈ ਕਿ ਮੇਰੇ ਪਤੀ ਨੇ ਕਮਰੇ ਵਿੱਚ ਆਉਂਦੇ ਹੀ ਹਨੇਰਾ ਕਿਉਂ ਕਰ ਦਿੱਤਾ ਸੀ। ਮੈਨੂੰ ਇਹ ਗੱਲ ਥੋੜ੍ਹੀ ਜਿਹੀ ਅਜੀਬ ਲੱਗੀ। ਜੇਕਰ ਲਾਈਟ ਚਲੀ ਗਈ ਸੀ ਤਾਂ ਉਹ ਮੋਮਬੱਤੀ ਜਾਂ ਟਾਰਚ ਲੈ ਕੇ ਕਮਰੇ ਵਿੱਚ ਆ ਸਕਦੀ ਸੀ। ਮੈਂ ਅੱਖਾਂ ਫਾੜ ਕੇ ਦੇਖਣ ਦੀ ਕੋਸ਼ਿਸ਼ ਕਰ ਰਹੀ ਸੀ। ਮੇਰਾ ਪਤੀ ਮੇਰੇ ਸਾਹਮਣੇ ਆ ਕੇ ਬੈਠ ਗਿਆ ਅਤੇ ਕਹਿਣ ਲੱਗਾ ਕਿ ਮੈਨੂੰ ਮਾਫ਼ ਕਰੇ, ਬਾਹਰ ਦੋਸਤਾਂ ਨਾਲ ਗੱਪਾਂ ਮਾਰਦੇ ਹੋਏ ਮੈਨੂੰ ਸਮੇਂ ਦਾ ਪਤਾ ਹੀ ਨਹੀਂ ਲੱਗਿਆ। ਤੁਹਾਨੂੰ ਤਾਂ ਪਤਾ ਹੀ ਹੈ ਕਿ ਅਜਿਹੇ ਮੌਕਿਆਂ 'ਤੇ ਦੋਸਤ ਕਿੱਥੇ ਜਾਣ ਛੱਡਦੇ ਹਨ। ਤੁਸੀਂ ਥੱਕ ਗਏ ਹੋਵੋਗੇ। ਮੈਨੂੰ ਲੱਗਦਾ ਤੁਹਾਨੂੰ ਸੌਣਾ ਚਾਹੀਦਾ, ਬਾਕੀ ਗੱਲਾਂ ਅਸੀਂ ਕੱਲ੍ਹ ਕਰ ਲਵਾਂਗੇ। ਮੇਰਾ ਪਤੀ ਬੋਲਦਾ ਹੋਇਆ ਅਟਕ ਰਿਹਾ ਸੀ। ਉਹਦੇ ਮੂੰਹ ਵਿੱਚ ਸ਼ਬਦ ਰੁਕ ਕੇ ਨਿਕਲ ਰਹੇ ਸਨ, ਪਰ ਇਸ ਦਾ ਬਿਲਕੁਲ ਵੀ ਇਹ ਮਤਲਬ ਨਹੀਂ ਸੀ ਕਿ ਉਹਨਾਂ ਨੂੰ ਅਟਕ ਕੇ ਬੋਲਣ ਦੀ ਬਿਮਾਰੀ ਸੀ। ਉਹ ਤਾਂ ਇਸ ਤਰ੍ਹਾਂ ਗੱਲ ਕਰਦੇ ਸਨ ਜਿਵੇਂ ਉਹਨਾਂ ਨੂੰ ਮੇਰੇ ਤੋਂ ਸ਼ਰਮ ਆ ਰਹੀ ਹੋਵੇ। ਮਰਦ ਹੋ ਕੇ ਉਹਨਾਂ ਦਾ ਇਸ ਤਰ੍ਹਾਂ ਮੇਰੇ ਤੋਂ ਸ਼ਰਮਾਉਣਾ ਮੈਨੂੰ ਕੁਝ ਅਜੀਬ ਲੱਗਾ। ਫਿਰ ਮੈਨੂੰ ਯਾਦ ਆਇਆ ਕਿ ਮੇਰੀ ਛੋਟੀ ਭੈਣ ਨੇ ਵੀ ਦੱਸਿਆ ਸੀ ਕਿ ਦੀਦੀ ਤੁਹਾਡਾ ਮੰਗੇਤਰ ਬੜਾ ਸ਼ਰਮੀਲਾ ਹੈ। ਮੈਂ ਆਪਣੇ ਪਤੀ ਨੂੰ ਕਿਹਾ, ਤੁਸੀਂ ਕਮਰੇ ਵਿੱਚ ਹਨੇਰਾ ਕਿਉਂ ਕਰ ਦਿੱਤਾ ਹੈ? ਕੀ ਤੁਸੀਂ ਮੈਨੂੰ ਦੇਖਣਾ ਨਹੀਂ ਚਾਹੁੰਦੇ? ਜ਼ਾਹਰ ਹੈ ਕਿ ਇੱਕ ਔਰਤ ਆਪਣੀ ਵਿਆਹ ਵਾਲੀ ਰਾਤ ਬਸ ਆਪਣੇ ਪਤੀ ਲਈ ਹੀ ਸੱਜ ਧੱਜ ਕੇ ਤਿਆਰ ਹੁੰਦੀ ਹੈ ਤਾਂ ਜੋ ਉਸ ਦਾ ਪਤੀ ਉਸ ਨੂੰ ਦੇਖੇ ਅਤੇ ਉਸ ਦੀ ਤਾਰੀਫ ਕਰੇ। ਮੇਰੀ ਗੱਲ ਸੁਣ ਕੇ ਮੇਰਾ ਪਤੀ ਕੁਝ ਦੇਰ ਲਈ ਚੁੱਪ ਹੋ ਗਿਆ ਅਤੇ ਫਿਰ ਕਹਿਣ ਲੱਗਾ ਕਿ ਮੈਂ ਤਾਂ ਉਦੋਂ ਹੀ ਤੁਹਾਨੂੰ ਜੀ ਭਰ ਕੇ ਦੇਖ ਲਿਆ ਸੀ ਜਦੋਂ ਤੁਹਾਨੂੰ ਮੇਰੇ ਕੋਲ ਬਿਠਾਇਆ ਗਿਆ। ਤੁਸੀਂ ਬਹੁਤ ਖੂਬਸੂਰਤ ਹੋ। ਅਸਲ ਵਿੱਚ ਮੇਰੇ ਉੱਪਰ ਕਿਸੇ ਨੇ ਜਾਦੂ ਟੂਣਾ ਕਰਵਾ ਦਿੱਤਾ ਸੀ ਤਾਂ ਜੋ ਮੇਰੇ ਵਿਆਹ ਨਾ ਹੋ ਸਕੇ। ਇਸ ਲਈ ਪੰਡਤ ਜੀ ਨੇ ਮੈਨੂੰ ਕਿਹਾ ਕਿ ਜੇ ਮੈਂ ਕੁਝ ਦਿਨਾਂ ਤੱਕ ਰਾਤ ਨੂੰ ਹਨੇਰੇ ਵਿੱਚ ਹੀ ਆਪਣੀ ਪਤਨੀ ਕੋਲ ਜਾਣਾ ਹੈ। ਮੈਨੂੰ ਇਹ ਗੱਲ ਬਹੁਤ ਅਜੀਬ ਲੱਗੀ, ਪਰ ਉਸ ਵੇਲੇ ਮੈਂ ਇਸ ਗੱਲ ਨੂੰ ਸੱਚ ਮੰਨ ਲਿਆ, ਕਿਉਂਕਿ ਪਹਿਲੀ ਹੀ ਰਾਤ ਮੈਂ ਕਿਸੇ ਬਹਿਸ ਵਿੱਚ ਨਹੀਂ ਪੈਣਾ ਚਾਹੁੰਦੀ ਸੀ। ਉਸ ਰਾਤ ਮੈਂ ਸੌਣ ਲੱਗੀ ਤਾਂ ਮੇਰਾ ਪਤੀ ਪਹਿਲਾਂ ਹੀ ਸੌਂ ਚੁੱਕਿਆ ਸੀ। ਦਿਲ ਵਿੱਚ ਇੱਕ ਤਮੰਨਾ ਸੀ ਕਿ ਆਪਣੇ ਪਤੀ ਦਾ ਚਿਹਰਾ ਦੇਖਾਂ। ਆਖਰ ਹੁਣ ਉਹ ਮੇਰਾ ਪਤੀ ਬਣ ਚੁੱਕਿਆ ਸੀ। ਜਦੋਂ ਉਹ ਬਰਾਤ ਲੈ ਕੇ ਸਾਡੇ ਘਰ ਆਇਆ ਸੀ ਤਾਂ ਉਦੋਂ ਵੀ ਉਹਨਾਂ ਦੇ ਚਿਹਰੇ ਉੱਪਰ ਸਿਹਰਾ ਸੀ, ਜਿਸ ਕਰਕੇ ਉਸ ਵੇਲੇ ਵੀ ਮੈਂ
ਉਹਨਾਂ ਦਾ ਚਿਹਰਾ ਨਹੀਂ ਦੇਖ ਸਕੀ। ਮੈਂ ਸੋਚਿਆ ਚਲੋ ਕੋਈ ਗੱਲ ਨਹੀਂ, ਇਹ ਰਾਤ ਵੀ ਗੁਜ਼ਰ ਜਾਏਗੀ। ਕੁਝ ਘੰਟਿਆਂ ਦੀ ਤਾਂ ਗੱਲ ਹੈ, ਮੈਂ ਸਵੇਰ ਹੁੰਦੇ ਆਪਣੇ ਪਤੀ ਦਾ ਚਿਹਰਾ ਦੇਖਾਂਗੀ। ਸਵੇਰ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਮੁਸਕਰਾਉਂਦੇ ਹੋਏ ਬੈੱਡ 'ਤੇ ਦੂਜੇ ਪਾਸੇ ਦੇਖਦੇ ਮੈਂ ਹੈਰਾਨ ਰਹਿ, ਕਿਉਂਕਿ ਬੈੱਡ ਤਾਂ ਬਿਲਕੁਲ ਖਾਲੀ ਸੀ। ਉੱਥੇ ਤਾਂ ਮੇਰਾ ਪਤੀ ਹੈ ਹੀ ਨਹੀਂ ਸੀ। ਬਾਥਰੂਮ ਵੀ ਖੁੱਲ੍ਹਾ ਸੀ। ਮੈਂ ਉੱਠ ਬੈਠੀ ਅਤੇ ਕਮਰੇ ਤੋਂ ਬਾਹਰ ਆ ਗਈ। ਨਿਕਲ ਆਈ। ਬਾਹਰ ਆ ਕੇ ਦੇਖਿਆ ਤਾਂ ਮੇਰੀ ਸੱਸ ਪਰੇਸ਼ਾਨ ਜਿਹੀ ਬੈਠੀ ਸੀ। ਮੈਨੂੰ ਦੇਖ ਕੇ ਉਹਨਾਂ ਦੇ ਚਿਹਰੇ 'ਤੇ ਮੁਸਕਰਾਹਟ ਆ ਗਈ, ਪਰ ਉਹਨਾਂ ਨੇ ਕੁਝ ਪੜ੍ਹਦੇ ਹੋਏ ਇਸ਼ਾਰੇ ਨਾਲ ਮੈਨੂੰ ਆਪਣੇ ਕੋਲ ਬਿਠਾਇਆ। ਮੈਂ ਉਹਨਾਂ ਕੋਲ ਗਈ ਅਤੇ ਨਾਲ ਉੱਧਰ ਆਪਣੇ ਪਤੀ ਨੂੰ ਵੀ ਦੇਖ ਰਹੀ ਸੀ ਕਿ ਉਹ ਕਿੱਥੇ ਚਲੇ ਗਏ। ਮੈਂ ਆਪਣੀ ਸੱਸ ਕੋਲ ਗਈ ਤਾਂ ਉਹਨਾਂ ਨੇ ਤੁਰੰਤ ਮੇਰੇ ਉੱਪਰ ਫੂਕ ਮਾਰੀ। ਸ਼ਾਇਦ ਉਹ ਮੇਰੇ ਲਈ ਕੁਝ ਪੜ੍ਹ ਰਹੀ ਸੀ, ਜਿਸ ਨੂੰ ਪੜ੍ਹ ਕੇ ਉਹਨਾਂ ਨੇ ਮੇਰੇ ਉੱਪਰ ਫੂਕ ਮਾਰੀ ਸੀ। ਇਹ ਦੇਖ ਕੇ ਮੈਨੂੰ ਆਪਣੇ ਪਤੀ ਦੀ ਗੱਲ ਯਾਦ ਆਈ। ਲੱਗਦਾ ਹੈ ਕਿ ਸੱਚਮੁੱਚ ਹੀ ਉਹਨਾਂ ਉੱਪਰ ਕਿਸੇ ਨੇ ਜਾਦੂ ਟੂਣਾ ਕੀਤਾ ਹੋਇਆ ਹੈ। ਇਸ ਲਈ ਮੇਰੀ ਸੱਸ ਮੇਰੇ ਉੱਪਰ ਕੁਝ ਪੜ੍ਹ ਕੇ ਫੂਕ ਮਾਰ ਰਹੀ ਸੀ। ਮੈਂ ਉਹਨਾਂ ਕੋਲ ਬੈਠਦੇ ਹੋਏ ਪੁੱਛਿਆ ਕਿ ਉਹ ਕਿੱਥੇ ਹਨ। ਕਮਰੇ ਵਿੱਚ ਤਾਂ ਤੈਨੂੰ ਕਿਤੇ ਦਿਖਾਈ ਨਹੀਂ ਦਿੰਦਾ। ਮੇਰੀ ਸੱਸ ਨੇ ਕਿਹਾ ਬੇਟੇ ਉਹ ਕੰਮ 'ਤੇ ਜਾ ਚੁੱਕਾ ਹੈ। ਮੈਂ ਘੜੀ ਵੱਲ ਵੇਖਿਆ ਤਾਂ ਸਵੇਰ ਦੇ 7 ਵਜੇ ਸਨ। ਦਫ਼ਤਰ ਦਾ ਸਮਾਂ 9 ਵਜੇ ਤੋਂ ਸ਼ੁਰੂ ਹੁੰਦਾ ਅਤੇ ਉਹ 7 ਵਜੇ ਹੀ ਕਿਵੇਂ ਚਲੇ ਗਏ। ਮੇਰੀ ਸੱਸ ਮੇਰੀ ਨਜ਼ਰਾਂ ਨੂੰ ਦੇਖ ਕੇ ਮੇਰਾ ਸਵਾਲ ਸਮਝ ਚੁੱਕੀ ਸੀ ਅਤੇ ਕਹਿਣ ਲੱਗੀ ਬੇਟਾ ਉਸ ਦੇ ਕੰਮ ਦਾ ਕੋਈ ਪਤਾ ਨਹੀਂ। ਆਪਣੇ ਦੋਸਤ ਦੇ ਨਾਲ ਬਹਿ ਕੇ ਕਾਰੋਬਾਰ ਕਰਦਾ ਹੈ ਅਤੇ ਜਦੋਂ ਦਿਲ ਕਰੇ ਉਹ ਉਸੇ ਵੇਲੇ ਘਰ ਤੋਂ ਚਲਾ ਜਾਂਦਾ ਹੈ। ਤੂੰ ਨਾਸ਼ਤਾ ਕਰ ਲੈ। ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਆਪਣੇ ਸੱਸ ਨੂੰ ਪੁੱਛਾਂ। ਸਾਡਾ ਵਿਆਹ ਮੇਰੇ ਪਤੀ ਦੀ ਮਰਜ਼ੀ ਨਾਲ ਨਹੀਂ ਹੋਇਆ ਸੀ, ਕਿਉਂਕਿ ਨਾ ਹੀ ਰਾਤ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਕੀਤੀ ਅਤੇ ਨਾ ਹੀ ਆਪਣਾ ਚਿਹਰਾ ਦਿਖਾਇਆ, ਅਤੇ ਉਹਨਾਂ ਸਵੇਰੇ ਹੀ ਬਿਨਾਂ ਮਿਲੇ ਹੀ ਚਲੇ ਗਏ। ਆਪਣੇ ਵਿਆਹ ਤੋਂ ਅਗਲੇ ਦਿਨ ਕੌਣ ਕੰਮ 'ਤੇ ਜਾਂਦਾ ਹੈ, ਮੈਂ ਇਹਨਾਂ ਸੋਚਾਂ ਵਿੱਚ ਗੁੰਮ ਸੀ ਕਿ ਆਪਣੇ ਸਾਹਮਣੇ ਵਾਲੇ ਕਮਰੇ ਵਿੱਚ ਇੱਕ ਮੁੰਡਾ ਨਿਕਲਿਆ। ਮੈਂ ਫਟਾਫਟ ਆਪਣੇ ਸਿਰ ਪਰ ਦੁਪੱਟਾ ਲੈ ਲਿਆ। ਮੇਰੀ ਸੱਸ ਕਹਿਣ ਲੱਗੀ ਬੇਟੀ ਇਹ ਤੇਰਾ ਤਿਉਹਾਰ ਹੈ। ਮੈਂ ਸਾਸੀ ਜਿਹੀ ਨਜ਼ਰ ਨਾਲ ਉਸ ਵੱਲ ਦੇਖਿਆ ਅਤੇ ਉਸਨੂੰ ਮਸਤੀ ਕੀਤੀ ਤਾਂ ਅੱਖਾਂ ਨਾਲ ਹੀ ਜਵਾਬ ਦੇ ਕੇ ਉੱਥੋਂ ਬਾਹਰ ਚਲਾ ਗਿਆ ਅਤੇ ਸਾਰਾ ਦਿਨ ਇਸੇ ਤਰ੍ਹਾਂ ਲੰਘ ਗਿਆ। ਮੈਂ ਨੋਟ ਕੀਤਾ ਕਿ ਮੇਰੀ ਸੱਸ ਬਹੁਤ ਪਰੇਸ਼ਾਨ ਲੱਗ ਰਹੀ ਸੀ, ਜਦੋਂ ਕਿ ਉਹ ਤਾਂ ਇੱਕ ਚੰਗੇ ਸੁਭਾਅ ਦੀ ਔਰਤ ਸੀ। ਸਾਡਾ ਰਿਸ਼ਤਾ ਹੋਣ ਤੋਂ ਬਾਅਦ ਉਹ ਕਈ ਵਾਰ ਸਾਡੇ ਘਰ ਆਈ ਸੀ। ਮੈਂ ਉਹਨਾਂ ਦੇ ਚਿਹਰੇ 'ਤੇ ਕਦੇ ਵੀ ਉਦਾਸੀ ਨਹੀਂ ਦੇਖੀ ਸੀ। ਉਹ ਬਹੁਤ ਖੁਸ਼ਮਿਜ਼ਾਜ ਸੁਭਾਅ ਦੀ ਔਰਤ ਸੀ। ਮੈਂ ਤਾਂ ਬਹੁਤ ਖੁਸ਼ ਸੀ ਕਿ ਚਲੋ ਸੱਸ ਬਹੂ ਵਿੱਚ ਵਧੀਆ ਨਿਭੇਗੀ। ਮੇਰੀ ਸੱਸ ਗੱਲਾਂ ਤਾਂ ਮੇਰੇ ਨਾਲ ਕਰ ਰਹੀ ਸੀ, ਪਰ ਇੰਝ ਲੱਗ ਰਿਹਾ ਸੀ ਜਿਵੇਂ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਹੈ। ਇਸ ਘਰ ਵਿੱਚ ਮੇਰਾ ਪਤੀ, ਸੱਸ ਅਤੇ ਇੱਕ ਦਿਓਰ ਵੀ ਸੀ। ਅਸੀਂ ਚਾਰੇ ਜਣੇ ਇਸ ਘਰ ਵਿੱਚ ਰਹਿੰਦੇ ਸੀ। ਮੈਂ ਸ਼ਾਮ ਨੂੰ ਆਪਣੇ ਪਤੀ ਦੇ ਆਉਣ ਦਾ ਰਾਹ ਦੇਖ ਰਹੀ ਸੀ। ਮੈਂ ਬਹੁਤ ਤਿਆਰ ਹੋ ਕੇ ਸਾਜ ਧੱਜ ਕੇ ਬੈਠੀ। ਜਦੋਂ ਦਰਵਾਜ਼ਾ ਖੜਕਿਆ ਤਾਂ ਮੈਂ ਤੁਰੰਤ ਜਾ ਕੇ ਦਰਵਾਜ਼ਾ ਖੋਲ੍ਹਿਆ। ਮੇਰੇ ਸਾਹਮਣੇ ਮੇਰਾ ਦਿਓਰ ਸੋਨੂੰ ਖੜ੍ਹਾ ਸੀ। ਉਹ ਮੈਨੂੰ ਸਾਹਮਣੇ ਖੜੀ ਦੇਖ ਕੇ ਸ਼ਰਮਾਂਦਾ ਹੋਇਆ ਨਜ਼ਰਾਂ ਝੁਕਾ ਕੇ ਅੰਦਰ ਚਲਾ ਗਿਆ। ਮੈਂ ਵੀ ਉਸਨੂੰ ਨਮਸਤੇ ਕੀਤੀ ਅਤੇ ਵਾਪਸ ਅੰਦਰ ਆ ਕੇ ਬਹੁਤ ਰਾਤ ਹੋ ਚੁੱਕੀ ਸੀ। ਮੈਂ ਵਾਰ-ਵਾਰ ਟਾਈਮ ਦੇਖ ਰਹੀ ਸੀ, ਪਤਾ ਨਹੀਂ ਮੇਰਾ ਪਤੀ ਕਿੱਥੇ ਰਹਿ ਗਿਆ ਸੀ। ਸੱਸ ਨੇ ਜ਼ਬਰਦਸਤੀ ਰੋਟੀ ਵੀ ਖਵਾ ਦਿੱਤੀ ਸੀ। ਮੇਰਾ ਦਿਓਰ ਉੱਥੇ ਬੈਠਾ ਹੀ ਰੋਟੀ ਖਾ ਰਿਹਾ ਸੀ। ਮੈਨੂੰ ਇੰਝ ਲੱਗ ਰਿਹਾ ਸੀ ਜਿਵੇਂ ਚੋਰੀ ਮੈਨੂੰ ਦੇਖ ਰਿਹਾ ਹੋਵੇ। ਜਦੋਂ ਮੈਂ ਉਸ ਵੱਲ ਦੇਖਿਆ ਤਾਂ ਉਸਨੇ ਆਪਣੀ ਨਜ਼ਰਾਂ ਹੀ ਬਦਲ ਲਈਆਂ ਅਤੇ ਫਿਰ ਅੱਧਾ ਖਾਣਾ ਛੱਡ ਕੇ ਘਰ ਤੋਂ ਚਲਾ ਗਿਆ। ਮੇਰੇ ਦਿਮਾਗ ਵਿੱਚ ਇਸ ਤਰ੍ਹਾਂ ਦੇ ਖਿਆਲ ਆ ਰਹੇ ਸਨ। ਮੈਂ ਬੈਠੀ ਸੋਚ ਰਹੀ ਸੀ ਕਿ ਆਖਰ ਕੀ ਵਜ੍ਹਾ ਹੈ। ਫਿਰ ਘਬਰਾਉਣ ਲੱਗਿਆ ਤਾਂ ਮੈਂ ਬਾਲਕਨੀ ਵਿੱਚ ਖੜੀ ਹੋ ਕੇ ਰੋਣ ਲੱਗੀ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਸ਼ਾਇਦ ਮੈਂ ਉਹਨਾਂ ਨੂੰ ਪਸੰਦ ਨਹੀਂ ਸੀ ਆਈ। ਉਹ ਮੈਨੂੰ ਨਫ਼ਰਤ ਕਰਦੇ ਸਨ ਜਾਂ ਫਿਰ ਉਹਨਾਂ ਦੇ ਦਿਲ ਵਿੱਚ ਕੋਈ ਹੋਰ ਸੀ। ਹਾਲੇ ਇਸ ਤਰ੍ਹਾਂ ਖੜੀ ਰੋ ਰਹੀ ਸੀ ਕਿ ਅਚਾਨਕ ਕਮਰੇ ਵਿੱਚ ਹਨੇਰਾ ਹੋ ਗਿਆ। ਬਾਲਕਨੀ ਬਲਬ ਦੀ ਥੋੜ੍ਹੀ ਜਿਹੀ ਰੋਸ਼ਨੀ ਕਮਰੇ ਵਿੱਚ ਆ ਰਹੀ ਸੀ, ਜਿਸ ਨੂੰ ਮੈਂ ਇਸੇ ਤਰ੍ਹਾਂ ਜਲਦਾ ਛੱਡ ਦਿੱਤਾ ਅਤੇ ਫਿਰ ਕਮਰੇ ਵਿੱਚ ਆ ਗਈ। ਪ੍ਰੀਤ ਦੂਜੇ ਪਾਸੇ ਮੂੰਹ ਕਰਕੇ ਬੈਠੇ ਸਨ ਅਤੇ ਮੈਂ ਅੱਜ ਫਿਰ ਗੱਲ ਕਲੀਅਰ ਕਰਨਾ ਚਾਹੁੰਦੀ ਸੀ। ਇਸ ਲਈ ਬਿਨਾਂ ਕੁਝ ਕਹੇ ਮੈਂ ਉਹਨਾਂ ਕੋਲ ਜਾ ਕੇ ਬੈਠ ਕੇ ਮੇਰਾ ਮੋਢਾ ਉਹਨਾਂ ਦੇ ਮੋਢੇ ਨਾਲ ਲੱਗ ਗਿਆ ਤਾਂ ਉਹ ਤੁਰੰਤ ਦੂਰ ਹੋ ਕੇ ਬੈਠ ਗਏ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰ ਰਹੇ ਹੋ। ਮੈਂ ਇੱਕ ਵਾਰ ਫਿਰ ਉਹਨਾਂ ਵੱਲ ਵੇਖਿਆ ਅਤੇ ਡਰਦੇ ਉਹਦਾ ਹੱਥ ਫੜ ਲਿਆ। ਉਹਨਾਂ ਨੇ ਫਿਰ ਆਪਣਾ ਹੱਥ ਛਡਵਾ ਲਿਆ ਅਤੇ ਉੱਠ ਕੇ ਖੜ੍ਹੇ ਹੋ ਗਏ ਅਤੇ ਦੂਜੇ ਪਾਸੇ ਮੂੰਹ ਕਰਕੇ ਕਹਿਣ ਲੱਗੇ ਜੋ ਵੀ ਗੱਲ ਕਰਨੀ ਹੈ
ਜਲਦੀ ਕਰੋ, ਮੈਂ ਬਹੁਤ ਥੱਕਿਆ ਹਾਂ, ਮੈਨੂੰ ਨੀਂਦ ਆ ਰਹੀ ਹੈ। ਆਪਣੇ ਪਤੀ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਪੁੱਛਿਆ ਕਿ ਤੁਸੀਂ ਕਿਸੇ ਹੋਰ ਨੂੰ ਪਸੰਦ ਕਰਦੇ ਹੋ? ਜੇਕਰ ਇਹੀ ਕੋਈ ਗੱਲ ਹੈ ਤਾਂ ਤੁਸੀਂ ਮੇਰੇ ਨਾਲ ਵਿਆਹ ਕਿਉਂ ਕੀਤਾ? ਤਾਂ ਉਹ ਕਹਿਣ ਲੱਗੇ ਕਿ ਮੈਂ ਕਿਸੇ ਹੋਰ ਨੂੰ ਪਸੰਦ ਨਹੀਂ ਕਰਦਾ, ਬਸ ਮੇਰੀ ਇੱਕ ਮਜਬੂਰੀ ਹੈ। ਨਾ ਹੀ ਮੈਂ ਤੁਹਾਨੂੰ ਆਪਣਾ ਚਿਹਰਾ ਦਿਖਾ ਸਕਦਾ ਅਤੇ ਨਾ ਹੀ ਮੇਰੇ ਕੋਲ ਇੰਨਾ ਸਮਾਂ ਹੀ ਹੈ ਜੇ ਮੈਂ ਤੁਹਾਡੇ ਕੋਲ ਬੈਠ ਕੇ ਪਿਆਰ ਭਰੀਆਂ ਗੱਲਾਂ ਕਰਾਂ। ਮੈਨੂੰ ਵੀ ਕੁਛ ਸਾਰਾ ਸੀ। ਆਖਰ ਇਹੋ ਜਿਹੀ ਕਿਹੜੀ ਮਜਬੂਰੀ ਸੀ ਕਿ ਮੇਰਾ ਪਤੀ ਮੇਰੇ ਤੋਂ ਦੂਰ ਭੱਜਿਆ ਅਤੇ ਮੈਂ ਉਸ ਦੇ ਕੋਲ ਆਉਣ ਦੀ ਕੋਸ਼ਿਸ਼ ਕਰਾਂ। ਉਸ ਦਿਨ ਤੋਂ ਬਾਅਦ ਕਈ ਦਿਨ ਇਸੇ ਤਰ੍ਹਾਂ ਹੀ ਲੰਘ ਗਏ ਅਤੇ ਸਾਰੀ ਰਾਤ ਮੈਂ ਇਸੇ ਤਰ੍ਹਾਂ ਗੂੜ੍ਹੀ ਨੀਂਦ ਵਿੱਚ ਸੌਂਦੀ ਰਹੀ ਅਤੇ ਸਵੇਰ ਨੂੰ ਹੀ ਮੇਰੀ ਅੱਖ ਖੁੱਲ੍ਹਦੀ ਸੀ। ਮੇਰਾ ਪਤੀ ਸਾਰਾ ਦਿਨ ਘਰ ਤੋਂ ਬਾਹਰ ਰਹਿੰਦਾ ਸੀ ਅਤੇ ਦੂਜੇ ਪਾਸੇ ਪਤਾ ਨਹੀਂ ਕਿਉਂ ਮੈਨੂੰ ਇਹ ਮਹਿਸੂਸ ਹੋਣ ਲੱਗਾ ਕਿ ਜਿਵੇਂ ਮੈਂ ਕਿਸੇ ਦੀ ਨਜ਼ਰਾਂ ਵਿੱਚ ਹਾਂ, ਪਰ ਜਦੋਂ ਮੈਂ ਇੱਧਰ ਉੱਧਰ ਦੇਖਦੀ ਤਾਂ ਕੋਈ ਵੀ ਨਜ਼ਰ ਨਹੀਂ ਆਉਂਦਾ ਸੀ। ਇਸ ਵਾਰ ਮੈਂ ਸ਼ਾਮ ਨੂੰ ਚਾਹ ਬਣਾ ਕੇ ਆਪਣੇ ਸਿਸਟਰ ਦੇ ਕਮਰੇ ਵਿੱਚ ਜਾਣ ਲੱਗੀ। ਉਹਨਾਂ ਦੀ ਆਵਾਜ਼ ਸੁਣ ਕੇ ਰੁਕ ਗਈ। ਉਹ ਸ਼ਾਇਦ ਕਿਸੇ ਨਾਲ ਫ਼ੋਨ 'ਤੇ ਗੱਲ ਕਰ ਰਹੇ ਸੀ। ਉਹ ਵਾਰ-ਵਾਰ ਇੱਕ ਹੀ ਸ਼ਬਦ ਦੁਹਰਾ ਰਹੇ ਸੀ, ਪਤਾ ਨਹੀਂ ਕੌਣ ਸੀ। ਮੇਰੀ ਸੱਸ ਉਹਨਾਂ ਦੀ ਮਿੰਨਤਾਂ ਕਰ ਰਹੀ ਸੀ। ਪਤਾ ਨਹੀਂ ਉਹ ਕੌਣ ਸੀ ਜੋ ਮੇਰੀ ਸੱਸ ਨੂੰ ਬਲੈਕਮੇਲ ਕਰ ਰਿਹਾ ਸੀ। ਮੈਂ ਜਦੋਂ ਉਹਨਾਂ ਦੇ ਕਮਰੇ ਦਰਵਾਜ਼ਾ ਖੜਕਾ ਕੇ ਅੰਦਰ ਗਈ ਤਾਂ ਉਹਨਾਂ ਨੇ ਫ਼ੋਨ ਬੰਦ ਕਰ ਦਿੱਤਾ। ਆਪਣੇ ਹੰਝੂ ਪੁੱਜਣ ਲੱਗੀ। ਮੈਂ ਉਹਨਾਂ ਦੇ ਰੋਣ ਦੀ ਵਜ੍ਹਾ ਪੁੱਛੀ ਤਾਂ ਉਹਨਾਂ ਨੇ ਕਿਹਾ ਉਹਨਾਂ ਦਾ ਭਾਈ ਹੈ ਜੋ ਉਹਨਾਂ ਨਾਲ ਕਈ ਸਾਲਾਂ ਤੋਂ ਨਾਰਾਜ਼ ਹੈ, ਨਾ ਹੀ ਉਹਨਾਂ ਨਾਲ ਗੱਲ ਕਰਦਾ ਹੈ ਅਤੇ ਨਾ ਹੀ ਮਿਲਣ ਆਉਂਦਾ ਹੈ। ਉਹ ਫ਼ੋਨ 'ਤੇ ਰੋ ਕੇ ਉਸਦੀਆਂ ਮਿੰਨਤਾਂ ਕਰਦੀ ਹੈ। ਮੈਂ ਆਪਣੀ ਸੱਸ ਦੀ ਗੱਲ ਸੁਣ ਕੇ ਬਹੁਤ ਉਦਾਸ ਹੋਈ, ਪਰ ਉਸ ਤੋਂ ਬਾਅਦ ਮੈਂ ਜੋ ਸੱਚਾਈ ਮੇਰੇ ਸਾਹਮਣੇ ਆਈ ਉਸ ਨੂੰ ਸੁਣ ਕੇ ਮੈਂ ਹੈਰਾਨ ਰਹਿ ਗਈ। ਕੁਝ ਦਿਨ ਬਾਅਦ ਹੀ ਮੇਰੀ ਸੱਸ ਦੀ ਭੈਣ ਨੂੰ ਮਿਲਣ ਆਈ, ਸਾਡਾ ਘਰ ਆਈ। ਉਹ ਮੈਨੂੰ ਬਹੁਤ ਪਿਆਰ ਨਾਲ ਮਿਲੀ ਅਤੇ ਰੋਟੀ ਵੀ ਸਾਡੇ ਨਾਲ ਹੀ ਖਾਧੀ। ਅਗਲੇ ਦਿਨ ਮੇਰੀ ਸੱਸ ਹਾਲੇ ਸੌਂ ਰਹੀ ਸੀ ਪਰ ਮਾਸੀ ਜੀ ਜਾ ਗਏ। ਮੈਂ ਰਸੋਈ ਵਿੱਚ ਆਪਣੇ ਲਈ ਨਾਸ਼ਤਾ ਬਣਾ ਰਹੀ ਤਾਂ ਉਹ ਵੀ ਮੇਰੇ ਕੋਲ ਆ ਗਏ। ਮੈਨੂੰ ਕਹਿਣ ਲੱਗੇ ਕਿ ਮੈਂ ਉਹਨਾਂ ਲਈ ਵੀ ਨਾਸ਼ਤਾ ਬਣਾਵਾਂ। ਮੈਂ ਉਹਨਾਂ ਲਈ ਨਾਸ਼ਤਾ ਬਣਾ ਦਿੱਤਾ। ਅਸੀਂ ਇਕੱਠੇ ਰੋਟੀ ਖਾਣ ਲੱਗੇ ਤਾਂ ਮਾਸੀ ਜੀ ਮੈਨੂੰ ਪੁੱਛਣ ਲੱਗੇ, ਪ੍ਰੀਤ ਕਿਤੇ ਨਜ਼ਰ ਨਹੀਂ ਆ ਰਿਹਾ, ਕੀ ਗੱਲ ਹੁਣ ਤੱਕ ਸੌਂ ਰਿਹਾ? ਮੈਂ ਕੱਲ੍ਹ ਦੀ ਆਈ ਹੋਈ ਹਾਂ ਪਰ ਉਹ ਮੁੰਡਾ ਮੈਨੂੰ ਹਾਲੇ ਤੱਕ ਮਿਲਣ ਨਹੀਂ ਆਇਆ। ਮੈਂ ਕਿਹਾ ਉਹ ਸਵੇਰੇ ਜਲਦੀ ਹੀ ਕੰਮ 'ਤੇ ਚਲੇ ਜਾਂਦੇ ਹਨ ਅਤੇ ਰਾਤ ਨੂੰ ਦੇਰ ਨਾਲ ਵਾਪਸ ਆਉਂਦੇ। ਮੇਰੀ ਗੱਲ ਸੁਣ ਕੇ ਮਾਸੀ ਜੀ ਚੁੱਪ ਹੋ ਗਏ ਅਤੇ ਫਿਰ ਆਪਣੀ ਚਾਹ ਪੀਣ ਲੱਗੇ। ਮੈਨੂੰ ਇੱਕਦਮ ਆਪਣੀ ਸੱਸ ਦੀ ਗੱਲ ਯਾਦ ਆਈ ਤਾਂ ਮਾਸੀ ਜੀ ਨੂੰ ਪੁੱਛਿਆ ਕਿ ਤੁਹਾਡੇ ਭਾਈ ਸਾਹਿਬ ਕਿਹੜੀ ਗੱਲ ਤੋਂ ਇੰਨਾ ਨਾਰਾਜ਼ ਹਨ ਕਿ ਰੋਜ਼ ਮੇਰੀ ਸੱਸ ਨੂੰ ਮਿੰਨਤਾਂ ਕਰਦੀ ਹੈ, ਪਰ ਉਹ ਹਨ ਕਿ ਆਪਣੀ ਭੈਣ 'ਤੇ ਬਿਲਕੁਲ ਵੀ ਤਰਸ ਨਹੀਂ ਕਰਦੇ। ਮੇਰੀ ਗੱਲ ਸੁਣ ਕੇ ਮਾਸੀ ਜੀ ਹੈਰਾਨ ਹੋ ਗਏ ਅਤੇ ਕਹਿਣ ਲੱਗੇ, ਸਾਡਾ ਤਾਂ ਕੋਈ ਭਾਈ ਹੈ ਹੀ ਨਹੀਂ, ਅਸੀਂ ਬਸ ਦੋ ਭੈਣਾਂ ਹੀ ਹਾਂ। ਉਹਨਾਂ ਦੀ ਗੱਲ ਸੁਣ ਕੇ ਦੰਗ ਰਹਿ ਗਈ। ਜੇਕਰ ਮੇਰੀ ਸੱਸ ਦਾ ਕੋਈ ਭਾਈ ਨਹੀਂ ਸੀ ਤਾਂ ਉਹ ਰੋ ਰੋ ਕੇ ਕਿਸ ਨਾਲ ਗੱਲਾਂ ਕਰਦੀ ਸੀ ਅਤੇ ਕਿਸੇ ਦੀ ਮਿੰਨਤਾਂ ਕਰਦੀ ਸੀ ਕਿ ਉਹ ਵਾਪਸ ਆ ਜਾਵੇ, ਇੱਕ ਵਾਰ ਉਹਨੂੰ ਮਿਲ ਲਵੇ। ਹੁਣ ਮੈਂ ਬਹੁਤ ਪਰੇਸ਼ਾਨ ਹੋ ਚੁੱਕੀ ਸੀ। ਇਸ ਲਈ ਮੈਂ ਸੋਚਿਆ ਕਿ ਕੁਝ ਦਿਨ ਆਪਣੇ ਪੇਕੇ ਘਰ ਜਾਵਾਂ ਤਾਂ ਸ਼ਾਇਦ ਮੇਰੇ ਪਤੀ ਨੂੰ ਵੀ ਮੇਰੇ ਦੂਰ ਜਾਣ ਨਾਲ ਅਹਿਸਾਸ ਹੋਵੇ ਕਿ ਉਹਨਾਂ ਨੂੰ ਵੀ ਮੇਰੀ ਕਦਰ ਹੋਵੇ। ਇਸ ਲਈ ਇੱਕ ਦਿਨ ਜਦੋਂ ਦਿਲ ਬਹੁਤ ਬੇਚੈਨ ਹੋਇਆ ਤਾਂ ਮੈਂ ਆਪਣੀ ਸੱਸ ਨੂੰ ਪੁੱਛ ਕੇ ਆਪਣੇ ਪੇਕੇ ਘਰ ਚਲੇ ਗਈ ਅਤੇ ਸੋਚਿਆ ਜਾ ਕੇ ਆਪਣੀ ਮੰਮੀ ਨੂੰ ਵੀ ਤਾਂ ਪੁੱਛਾਂ ਕਿ ਕਿਹੋ ਜਿਹੇ ਮਰਦ ਨਾਲ ਮੇਰਾ ਵਿਆਹ ਕੀਤਾ ਜਿਸ ਨੇ ਹੁਣ ਤੱਕ ਮੈਨੂੰ ਆਪਣਾ ਚਿਹਰਾ ਵੀ ਨਹੀਂ ਦਿਖਾਇਆ। ਪਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਇੱਥੇ ਪਹੁੰਚ ਕੇ ਮੈਨੂੰ ਕਿੰਨਾ ਵੱਡਾ ਝਟਕਾ ਲੱਗਣ ਵਾਲਾ ਸੀ। ਜਦੋਂ ਮੈਂ ਆਪਣੇ ਘਰ ਦੇ ਦਰਵਾਜ਼ੇ 'ਤੇ ਪਹੁੰਚਦਾ ਉਸੇ ਵੇਲੇ ਇੱਕ ਕੋਰੀਅਰ ਵਾਲਾ ਆਇਆ। ਮੈਂ ਹਾਲੇ ਘਰ ਦੇ ਬਾਹਰ ਹੀ ਖੜ੍ਹੀ ਸੀ। ਉਹਨੂੰ ਪੁੱਛਿਆ ਕਿ ਕਿਸ ਦਾ ਕੋਰੀਅਰ ਹੈ ਅਤੇ ਜਦੋਂ ਟਟੋਲ ਕੇ ਦੇਖਿਆ ਤਾਂ ਉਹ ਪੇਪਰ 'ਤੇ ਮੇਰਾ ਹੀ ਨਾਮ ਲਿਖਿਆ ਹੋਇਆ ਸੀ। ਮੈਂ ਜਦੋਂ ਉਸ ਲਿਫਾਫੇ ਨੂੰ ਖੋਲ੍ਹ ਕੇ ਤਾਂ ਮੇਰੇ ਪੈਰ ਥੱਲੇ ਜ਼ਮੀਨ ਨਿਕਲੀ। ਮੈਂ ਆਪਣੇ ਮੰਮੀ ਦੇ ਘਰ ਜਾ ਕੇ ਆਪਣੇ ਕਮਰੇ ਚਲੀ ਗਈ। ਮੇਰੇ ਨਾਲ ਵਿਆਹ ਦੇ ਨਾਮ 'ਤੇ ਪਤਾ ਨਹੀਂ ਕਿਹੜਾ ਖੇਡ ਖੇਡਿਆ ਜਾ ਰਿਹਾ ਸੀ। ਇਹ ਸੋਚ ਕੇ ਸਾਰਾ ਦਿਨ ਮੇਰਾ ਦਿਮਾਗ ਖਰਾਬ ਹੁੰਦਾ ਰਿਹਾ। ਉਸ ਪੇਪਰ ਨੂੰ ਦੇਖ ਕੇ ਮੇਰੇ ਸਾਹਮਣੇ ਜੋ ਹਕੀਕਤ ਆਈ ਸੀ ਉਸ ਨਾਲ ਮੈਂ ਸੁੰਨ ਹੋ ਗਈ। ਮੈਂ ਪੂਰੇ ਦਿਨ ਆਪਣੇ ਕਮਰੇ ਵਿੱਚ ਹੀ ਬੈਠੀ ਰਹੀ। ਫਿਰ ਮੈਂ ਆਪਣੀ ਛੋਟੀ ਭੈਣ ਨੂੰ ਕਿਹਾ ਕਿ ਉਹ ਮੈਨੂੰ ਮੇਰੇ ਪਤੀ ਦੀ ਫੋਟੋ ਦਿਖਾਵੇ ਜੋ ਕਿ ਸ਼ਾਇਦ ਉਸਨੇ ਵਿਆਹ ਵਾਲੇ ਦਿਨ ਖਿੱਚੀ ਸੀ, ਕਿਉਂਕਿ ਮੈਂ ਤਾਂ ਹਾਲੇ ਤੱਕ ਆਪਣੇ ਪਤੀ ਨੂੰ ਦੇਖਿਆ ਹੀ ਨਹੀਂ ਸੀ। ਮੇਰੀ ਭੈਣ ਨੇ ਮੈਨੂੰ ਇੱਕ ਫੋਟੋ ਦਿਖਾਈ ਜੋ ਕਿ ਖਾਣਾ ਖਾਣ ਵੇਲੇ ਲਈ ਗਈ ਸੀ। ਮੇਰਾ ਪਤੀ ਬਹੁਤ ਸੋਹਣਾ ਅਤੇ ਨੌਜਵਾਨ ਮੁੰਡਾ ਸੀ। ਮੈਂ ਆਪਣੇ ਪੇਕੇ ਘਰ ਕੋਈ ਗੱਲ ਨਹੀਂ ਦੱਸਣਾ ਚਾਹੁੰਦੀ ਸੀ, ਇਸ ਲਈ ਕੁਝ ਦਿਨ ਬਾਅਦ ਹੀ
ਆਪਣੇ ਸਹੁਰੇ ਘਰ ਵਾਪਸ ਚਲੀ ਗਈ। ਮੈਂ ਸੱਚਾਈ ਨੂੰ ਸਾਹਮਣੇ ਲਿਆਉਣਾ ਚਾਹੁੰਦੀ ਸੀ। ਰਾਤ ਨੂੰ ਫਿਰ ਉਹ ਇਨਸਾਨ ਮੇਰੇ ਕਮਰੇ ਵਿੱਚ ਆਇਆ ਜੋ ਪਿਛਲੇ 1 ਮਹੀਨੇ ਤੋਂ ਮੇਰਾ ਪਤੀ ਬਣ ਕੇ ਮੇਰੇ ਕਮਰੇ ਵਿੱਚ ਆ ਰਿਹਾ। ਸਵੇਰ ਹੁੰਦੇ ਹੀ ਚਲਾ ਜਾਂਦਾ ਸੀ। ਇਹ ਆਦਮੀ ਕੌਣ ਸੀ ਜੋ ਮੇਰੇ ਜਜ਼ਬਾਤਾਂ ਨਾਲ ਖੇਡ ਰਿਹਾ ਸੀ? ਅੱਜ ਮੈਂ ਆਪ ਇਹ ਚਾਹੁੰਦੀ ਸੀ ਕਿ ਉਹ ਮੇਰੇ ਕਮਰੇ ਵਿੱਚੋਂ ਬਾਹਰ ਨਿਕਲ ਜਾਵੇ, ਕਿਉਂਕਿ ਹੁਣ ਮੈਨੂੰ ਪਤਾ ਲੱਗ ਚੁੱਕਿਆ ਸੀ ਕਿ ਉਹ ਮੇਰਾ ਪਤੀ ਨਹੀਂ ਹੈ। ਫਿਰ ਮੈਂ ਸੱਚਾਈ ਦਾ ਪਤਾ ਕਰਨ ਲਈ ਉਸਨੂੰ ਪੁੱਛਿਆ ਕਿ ਮੈਂ ਪੇਕੇ ਘਰ ਗਈ ਸੀ ਅਤੇ ਤੁਸੀਂ ਮੈਨੂੰ ਕਿੰਨਾ ਯਾਦ ਕੀਤਾ। ਤਾਂ ਬੋਲਿਆ ਜਾ ਰਿਹਾ ਹੈ ਕਿ ਤੁਸੀਂ ਮੇਰੀ ਪਤਨੀ ਹੋ। ਮੈਂ ਤੁਹਾਨੂੰ ਕਿਵੇਂ ਭੁੱਲ ਸਕਦਾ ਹਾਂ? ਮੈਂ ਕਿਹਾ ਮੈਂ ਤੁਹਾਨੂੰ ਦੇਖਣਾ ਚਾਹੁੰਦੀ ਹਾਂ। ਅੱਜ ਮੈਂ ਵਿਆਹ ਦੀ ਫੋਟੋ ਵਿੱਚ ਤੁਹਾਨੂੰ ਦੇਖਿਆ। ਉਸ ਫੋਟੋ ਮੇਰੀ ਛੋਟੀ ਭੈਣ ਨੇ ਖਿੱਚੀ ਸੀ, ਇਸ ਲਈ ਦਿਲ ਵਿੱਚ ਖਿਆਲ ਆਇਆ ਕਿ ਇੱਕ ਮਹੀਨਾ ਗੁਜ਼ਰ ਗਿਆ ਹੈ, ਕਿਉਂ ਨਾ ਹੁਣ ਮੈਂ ਤੁਹਾਨੂੰ ਦੇਖ ਲਵਾਂ। ਮੈਂ ਨਹੀਂ ਮੰਨਦੀ ਕਿਸੇ ਤਰ੍ਹਾਂ ਦੇ ਜਾਦੂ ਟੂਣੇ ਨੂੰ। ਹੁਣ ਅਸੀਂ ਆਪ ਲਾਈਟ ਜਗਾਓ ਜਾਂ ਮੈਂ ਚਲਾਵਾਂ। ਉਹ ਕਹਿਣ ਲੱਗਾ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਮੇਰਾ ਇਲਾਜ ਚੱਲ ਰਿਹਾ। ਤੁਸੀਂ ਇਸ ਇਲਾਜ ਵਿੱਚ ਭਾਵੇਂ ਸੱਚ ਮੰਨੋ ਭਾਵੇਂ ਝੂਠ, ਪਰ ਇਹ ਇਲਾਜ ਕਰਵਾਏ ਬਿਨਾਂ ਤੁਹਾਡੇ ਸਾਹਮਣੇ ਨਹੀਂ ਆਵਾਂਗਾ। ਜੇਕਰ ਤੁਸੀਂ ਮੈਨੂੰ ਰੋਜ਼ ਇਸ ਤਰ੍ਹਾਂ ਤੰਗ ਕਰੋਗੇ ਤਾਂ ਮੈਂ ਅੱਜ ਤੋਂ ਬਾਅਦ ਤੁਹਾਡੇ ਕਮਰੇ ਵਿੱਚ ਨਹੀਂ ਆਵਾਂਗਾ। ਅਤੇ ਇਹ ਕਹਿ ਕੇ ਉਹ ਕਮਰੇ ਤੋਂ ਬਾਹਰ ਚਲਾ ਗਿਆ। ਮੈਂ ਅਗਲੇ ਦਿਨ ਉਸ ਨੂੰ ਕੁਝ ਨਾ ਕਿਹਾ ਅਤੇ ਉਹ ਫਿਰ ਮੇਰੇ ਕਮਰੇ ਵਿੱਚ ਸੌਣ ਲਈ ਆ ਗਿਆ। ਪਰ ਉਸਦੇ ਸੌਂਦੇ ਹੀ ਮੈਂ ਸੋਫੇ 'ਤੇ ਜਾ ਕੇ ਸੌਂ ਜਾਂਦੀ ਸੀ। ਹੁਣ ਮੈਂ ਇਹ ਸੋਚ ਰਹੀ ਸੀ ਕਿ ਕਿਸ ਤਰ੍ਹਾਂ ਉਸਦਾ ਸੱਚ ਸਭ ਦੇ ਸਾਹਮਣੇ ਲਿਆਂਦਾ ਜਾਵੇ। ਅਗਲੇ ਦਿਨ ਮੈਂ ਆਪਣੇ ਨੌਕਰਾਣੀ ਨੂੰ ਸਾਡੇ ਘਰ ਵਿੱਚ ਰੁਕਣ ਲਈ ਕਿਹਾ। ਉਹਨੂੰ ਬਹਾਨਾ ਬਣਾਇਆ ਕਿ ਮੇਰੀ ਤਬੀਅਤ ਕੁਝ ਠੀਕ ਨਹੀਂ ਹੈ, ਇਸ ਲਈ ਉਸਨੇ ਵੀ ਕੋਈ ਇਤਰਾਜ਼ ਨਹੀਂ ਕੀਤਾ। ਰਾਤ ਨੂੰ ਮੈਂ ਨੀਂਦ ਦੀ ਦਵਾਈ ਦੁੱਧ ਵਿੱਚ ਮਿਲਾ ਕੇ ਨੌਕਰਾਣੀ ਨੂੰ ਪਿਲਾ ਦਿੱਤੀ। ਉਸ ਤੋਂ ਬਾਅਦ ਉਸਨੂੰ ਆਪਣੇ ਬੈੱਡ ਦੀ ਸਲਾਹ ਦਿੱਤੀ। ਆਪ ਕਮਰੇ ਵਿੱਚ ਲੁਕ ਗਈ ਜਿੱਥੇ ਕਮਰੇ ਦੀ ਲਾਈਟ 'ਤੇ ਬਟਨ ਲੱਗੇ ਹੋਏ ਸਨ। ਰਾਤ ਨੂੰ ਬਹੁਤ ਦੇਰ ਬਾਅਦ ਜਦੋਂ ਉਹ ਇਨਸਾਨ ਮੇਰੇ ਕਮਰੇ ਵਿੱਚ ਆਇਆ ਅਤੇ ਬੈੱਡ ਦੇ ਦੂਜੇ ਪਾਸੇ ਬੈਠ ਗਿਆ ਤਾਂ ਮੈਂ ਤੁਰੰਤ ਲਾਈਟ ਜਗਾ ਦਿੱਤੀ। ਉਸ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ। ਉਹ ਤਾਂ ਮੇਰਾ ਦਿਓਰ ਸੀ। ਇਸ ਦਾ ਮਤਲਬ ਪਿਛਲੇ 1 ਮਹੀਨੇ ਤੋਂ ਉਹ ਹੀ ਮੇਰੇ ਕਮਰੇ ਵਿੱਚ ਆ ਰਿਹਾ ਸੀ। ਉਹ ਮੈਨੂੰ ਹੈਰਾਨੀ ਨਾਲ ਦੇਖ ਰਿਹਾ ਸੀ। ਮੈਂ ਕਿਹਾ ਤੈਨੂੰ ਸ਼ਰਮ ਨਹੀਂ ਆਈ ਇਸ ਤਰ੍ਹਾਂ ਮੇਰੇ ਕਮਰੇ ਵਿੱਚ ਆਉਂਦੇ ਹੋਏ? ਉਸਨੇ ਕੋਈ ਜਵਾਬ ਨਹੀਂ ਦਿੱਤਾ। ਮੈਂ ਉਹ ਪੇਪਰ ਅਲਮਾਰੀ ਵਿੱਚੋਂ ਕੱਢ ਕੇ ਉਸਦੇ ਮੂੰਹ 'ਤੇ ਮਾਰਿਆ ਅਤੇ ਰੋਣ ਲੱਗੇ। ਉਹ ਪੇਪਰ ਤਲਾਕ ਦੇ ਪੇਪਰ ਸਨ ਜਿਨ੍ਹਾਂ ਵਿੱਚ ਇੱਕ ਚਿੱਠੀ ਵੀ ਸੀ। ਇਸ ਵਿੱਚ ਲਿਖਿਆ ਸੀ ਕਿ ਮੈਂ ਕਿਸੇ ਹੋਰ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ, ਪਰ ਮੇਰੀ ਮਾਂ ਨੇ ਜ਼ਬਰਦਸਤੀ ਮੇਰਾ ਰਿਸ਼ਤਾ ਤੇਰੇ ਨਾਲ ਕਰ ਦਿੱਤਾ ਅਤੇ ਮੇਰੇ ਲੱਖ ਵਾਰ ਮਨਾ ਕਰਨ ਦੇ ਬਾਵਜੂਦ ਮੇਰਾ ਵਿਆਹ ਤੇਰੇ ਨਾਲ ਕਰਵਾ ਦਿੱਤਾ। ਮੈਂ ਵਿਆਹ ਵਾਲੀ ਰਾਤ ਹੀ ਭੱਜ ਗਿਆ ਸੀ ਅਤੇ ਹੁਣ ਤੈਨੂੰ ਤਲਾਕ ਦੇ ਪੇਪਰ ਭੇਜ ਰਿਹਾ ਹਾਂ ਤਾਂ ਜੋ ਤੂੰ ਜਿਸ ਨਾਲ ਚਾਹੇ ਵਿਆਹ ਕਰ ਲਵੇਂ। ਉਸ ਵੇਲੇ ਮੈਂ ਇਹ ਸਭ ਕੁਝ ਪੜ੍ਹ ਕੇ ਸੁਣ ਰਹਿ ਗਈ ਕਿ ਜਦੋਂ ਮੇਰਾ ਪਤੀ ਵਿਆਹ ਵਾਲੀ ਰਾਤ ਹੀ ਭੱਜ ਗਿਆ ਸੀ ਤਾਂ ਫਿਰ ਮੇਰੇ ਕਮਰੇ ਵਿੱਚ ਕੌਣ ਆਉਂਦਾ ਹੈ ਅਤੇ ਮੇਰਾ ਦਿਓਰ ਹੀ ਮੈਨੂੰ ਧੋਖਾ ਦੇ ਰਿਹਾ ਸੀ। ਮੈਂ ਉਸ ਦਾ ਕਾਲਰ ਫੜ ਕੇ ਉਸਨੂੰ ਕਿਹਾ ਤੂੰ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ? ਤਾਂ ਉਹ ਕਹਿਣ ਲੱਗਾ ਮੈਂ ਅੱਜ ਤੱਕ ਤੁਹਾਡੇ ਨਾਲ ਅਜਿਹਾ ਕੁਝ ਨਹੀਂ ਕੀਤਾ ਕਿ ਜਿਸ ਨਾਲ ਤੁਹਾਨੂੰ ਜਾਂ ਮੈਨੂੰ ਸ਼ਰਮਿੰਦਗੀ ਹੋਵੇ। ਮੈਂ ਜੋ ਕੁਝ ਵੀ ਕੀਤਾ ਆਪਣੇ ਮਾਂ ਦੇ ਕਹਿਣ 'ਤੇ ਕੀਤਾ, ਕਿਉਂਕਿ ਮੇਰਾ ਭਾਈ ਪ੍ਰੀਤ ਵਿਆਹ ਦੀ ਰਾਤ ਹੀ ਭੱਜ ਗਿਆ ਸੀ। ਮੇਰੀ ਮਾਂ ਬਹੁਤ ਡਰ ਗਈ ਸੀ ਕਿ ਜੇਕਰ ਇਹ ਗੱਲ ਫੈਲ ਗਈ ਤਾਂ ਕੀ ਹੋਵੇਗਾ। ਇਸ ਲਈ ਉਸਨੇ ਮੈਨੂੰ ਤੁਹਾਡੇ ਕਮਰੇ ਵਿੱਚ ਜਾਣ ਲਈ ਕਿਹਾ ਤਾਂ ਜੋ ਤੁਹਾਨੂੰ ਇਸ ਗੱਲ ਦਾ ਸ਼ੱਕ ਨਾ ਹੋ ਜਾਵੇ ਅਤੇ ਗੱਲ ਇਸ ਘਰ ਵਿੱਚ ਹੀ ਰਹਿ ਜਾਵੇ। ਪਰ ਮੈਂ ਤੁਹਾਡੇ ਨਾਲ ਕੁਝ ਵੀ ਗਲਤ ਨਹੀਂ ਕੀਤਾ। ਮੈਂ ਕਿਹਾ ਮੈਂ ਇੱਥੇ ਸਿਰਫ ਸੱਚ ਜਾਣਨ ਲਈ ਹੀ ਆਈ ਸੀ। ਤੇਰਾ ਭਾਈ ਮੈਨੂੰ ਤਲਾਕ ਦੇ ਚੁੱਕਾ ਹੈ, ਇਸ ਲਈ ਮੇਰਾ ਇਸ ਘਰ ਵਿੱਚ ਕੋਈ ਕੰਮ ਨਹੀਂ ਹੈ। ਮੈਂ ਅਗਲੇ ਦਿਨ ਆਪਣੇ ਪੇਕੇ ਘਰ ਚਲੇ ਗਈ ਅਤੇ ਸਾਰੀ ਗੱਲ ਆਪਣੇ ਘਰ ਵਾਲਿਆਂ ਨੂੰ ਦੱਸ ਦਿੱਤੀ। ਪਰ ਕੁਝ ਮਹੀਨੇ ਬਾਅਦ ਮੇਰੀ ਸੱਸ ਸਾਡੇ ਘਰ ਗਈ। ਉਹਨੇ ਮੇਰੇ ਘਰ ਵਾਲਿਆਂ ਤੋਂ ਮਾਫ਼ੀ ਮੰਗੀ ਅਤੇ ਮੇਰਾ ਰਿਸ਼ਤਾ ਮੇਰੇ ਦਿਓਰ ਸੋਨੂੰ ਨਾਲ ਕਰਨ ਲਈ ਕਿਹਾ। ਉਹ ਕਹਿਣ ਲੱਗੇ ਹੁਣ ਜੇਕਰ ਤੁਸੀਂ ਆਪਣੀ ਬੇਟੀ ਦਾ ਦੁਬਾਰਾ ਵਿਆਹ ਕਰੋਗੇ ਤਾਂ ਤੁਹਾਨੂੰ ਕੋਈ ਚੰਗਾ ਰਿਸ਼ਤਾ ਨਹੀਂ ਮਿਲੇਗਾ। ਗਲਤੀ ਮੇਰੇ ਬੇਟੇ ਦੀ ਅਤੇ ਮੇਰੀ ਹੈ ਤਾਂ ਸਜ਼ਾ ਤੁਹਾਡੀ ਬੇਟੀ ਨੂੰ ਕਿਉਂ ਮਿਲੇ? ਮੈਂ ਪ੍ਰੀਤ ਦੀਆਂ ਬਹੁਤ ਮਿੰਨਤਾਂ ਕੀਤੀਆਂ ਕਿ ਉਹ ਵਾਪਸ ਆ ਜਾਵੇ, ਪਰ ਉਹ ਨਹੀਂ ਮੰਨਿਆ। ਮੇਰੇ ਮੰਮੀ ਪਾਪਾ ਨੇ ਮੇਰਾ ਵਿਆਹ ਸੁਣਨ ਤੋਂ ਬਾਅਦ ਸੱਚ ਕੀ ਕਹਿੰਦੇ ਹਨ, ਇੱਕ ਔਰਤ ਹੀ ਔਰਤ ਦਾ